जी आए ਨੂੰ ਪਿਆਰੇ ਵਿਦਿਆਰਥੀਓ ਸੀਨੀਅਰ ਸੈਕੰਡਰੀ ਕਲਾਸਿਸ ਦੀ ਇੰਗਲਿਸ਼ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 7 use of the words as nouns verbs and adjectives ਉਸ ਦੀ ਐਕਸਰਸਾਈਜ਼ ਫॉर ਪ੍ਰੈਕਟਿਸ ਦਾ ਤੀਸਰਾ ਹਿੱਸਾ ਅਸੀਂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ 5 ਅਗਲੇ ਸ਼ਬਦ ਜਿਹੜੇ ਨੇ ਉਹ ਕਰਾਂਗੇ ਵਾਟਰ ਵੋਟ ਮੈਨ ਡਾਂਸ ਐਂਡ ਫਿਕਸ ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਬੜਾ ਰੋਚਕ ਵੀਡੀਓ ਬਣਿਆ ਹੈ ਵਾਲਾ ਤੇ ਸਾਰੇ ਸੈਂਟੈਂਸਸ ਜਿਹੜੇ ਐਗਜ਼ਾਮਪਲ ਦੇ ਤੌਰ ਤੇ ਤੁਹਾਡੇ ਲਈ ਤਿਆਰ ਕੀਤੇ ਗਏ ਹਨ ਉਹਨਾਂ ਨੂੰ ਨੋਟ ਡਾਊਨ ਕਰ ਲਓ ਜਿਹੜੇ ਅਰਥ ਦੱਸੇ ਜਾਣਗੇ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਸਾਰੇ ਸੈਂਟੈਂਸਸ ਨੂੰ ਤੁਸੀਂ ਕੰਠ ਕਰ ਲਓ ਮੂੰਹ ਚਾੜ ਲਓ ਅਭਿਆਸ ਕਰ ਲਓ ਇਹਦੇ ਵਿੱਚ ਕਈ ਤੁਹਾਨੂੰ ਮੁਹਾਵਰੇ ਵੀ ਦੱਸੇ ਜਾਣਗੇ ਸੋ ਇਹਨਾਂ ਤੋਂ ਸੇਧ ਲੈ ਕੇ ਇਹਨਾਂ ਤੋਂ ਆਈਡੀਆ ਲੈ ਕੇ ਤੁਸੀਂ ਆਪ ਆਪਣੇ ਤੌਰ ਤੇ ਵੀ ਸੈਂਟੈਂਸ ਬਣਾਉਣ ਦਾ ਯਤਨ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਪਹਿਲਾ ਹੈਗਾ ਵਿੱਚ ਵਾਟਰ ਬੜਾ ਸਧਾਰਨ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਾਣੀ ਜਲ ਠੀਕ ਹੈ ਨਾउन ਦੇ ਤੌਰ ਤੇ ਹੈ ਨੇਮ ਆਫ ਅ ਥਿੰਗ ਕਿਸੇ ਵਸਤੂ ਦਾ ਨਾਮ ਹੈਗਾ ਪਾਣੀ ਨਾउन ਹੈਗਾ ਤੇ ਵਰਬ ਦੇ ਤੌਰ ਤੇ ਪਾਣੀ ਦੇਣਾ ਜਾਂ ਪਾਣੀ ਮੁਹੱਈਆ ਕਰਵਾਉਣਾ ਖਾਸ ਤੌਰ ਤੇ ਬੂਟਿਆਂ ਨੂੰ ਫਸਲਾਂ ਨੂੰ ਜਿਹੜੇ ਅਸੀਂ ਪਾਣੀ ਦੇਈਦਾ ਤੇ ਉਹਨੂੰ ਵਰਬ ਦੇ ਤੌਰ ਤੇ ਅਸੀਂ ਵਰਤਦੇ ਹਾਂ ਜਾਂ ਪਸ਼ੂਆਂ ਨੂੰ ਪਾਣੀ ਜਿਹੜੇ ਅਸੀਂ ਪਿਲਾਈਦਾ ਤਾਂ ਵੀ ਅਸੀਂ ਵਾਟਰ ਸ਼ਬਦ ਜਿਹੜਾ ਹੈ ਉਹ ਵਰਬ ਦੇ ਤੌਰ ਤੇ ਵਰਤਦੇ ਹਾਂ ਤੁਸੀਂ ਐਗਜ਼ਾਮਪਲ ਜਿਹੜੇ ਦੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ ਇਹ ਦੇਖੋ ਹੁਣ ਨਾउन ਬਿਕੋਜ਼ ਆਫ ਰਿਪੇਅਰ ਵਰਕ ਰਿਪੇਅਰ ਮੈਨੇ ਮੁਰੰਮਤ ਰਿਪੇਅਰ ਵਰਕ ਮੈਨੇ ਮੁਰੰਮਤ ਦਾ ਕਾਰਜ ਚੱਲਦਾ ਹੋਣ ਕਰਕੇ ਬਿਕੋਜ਼ ਆਫ ਰਿਪੇਅਰ ਵਰਕ देयर विल बी नो वाटर पानी नहीं मिलेगा बिटवीन 10 AM एंड 2 PM ਸਵੇਰ ਦੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਪਾਣੀ ਨਹੀਂ ਆਏਗਾ ਕਈ ਵਾਰ ਤੁਸੀਂ ਦੇਖਿਆ ਹੋਣਾ ਬੱਚੇ ਪਿੰਡਾਂ 'ਚ ਗੁਰਦੁਆਰਿਆਂ ਤੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿੰਡ ਨੂੰ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਟੈਂਕੀ ਦਾ ਪਾਈਪਾਂ ਦਾ ਕੰਮ ਚੱਲਦਾ ਪਿਆ ਹੈ ਇਸ ਕਰਕੇ ਆਪਣੀ ਬਾਲਟੀਆਂ ਬੁਲਟੀਆਂ ਟੱਬ ਜਿਹੜੇ ਭਰ ਕੇ ਰੱਖ ਲਓ ਤੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਪਾਣੀ ਨਹੀਂ ਆਏਗਾ ਠੀਕ ਹੈ ਹੁਣ ਇਸ ਗੱਲ ਨੂੰ ਅੰਗਰੇਜ਼ੀ 'ਚ ਕਿੱਦਾਂ ਮਤਲਬ ਕਿ ਅਸੀਂ ਇਸ ਹਾਲਤ ਨੂੰ ਕਿਵੇਂ ਕਵਾਂਗੇ ਬਿਕੋਜ਼ ਆਫ ਰਿਪੇਅਰ ਵਰਕ ਮੁਰੰਮਤ ਦਾ ਕਾਰਜ ਚੱਲਦਾ ਹੋਣ ਕਰਕੇ देयर विल बी नो वाटर बिटवीन 10 AM एंड 2 PM 10 ਵਜੇ ਤੋਂ ਲੈ ਕੇ 2 ਵਜੇ ਤੱਕ ਪਾਣੀ ਨਹੀਂ ਆਏਗਾ ਠੀਕ ਹੈ ਫਿਰ ਦੂਜਾ ਬਣਾਇਆ ਵਾਟਰ ਇਜ਼ ਦੀ ਹੈਲਦੀਐਸਟ ਡਰਿੰਕ ਹੈਲਦੀਐਸਟ ਮੈਨੇ ਸਭ ਤੋਂ ਜ਼ਿਆਦਾ ਸਿਹਤਮੰਦ ਪੀਣ ਵਾਲਾ ਕੋਈ ਪਦਾਰਥ ਹੈ ਤੇ ਉਹ ਪਾਣੀ ਹੈ ਬੱਚਿਓ ਬੜੀ ਹੈਰਾਨੀ ਹੋਏਗੀ ਦੇਖੋ ਵਾਹਿਗੁਰੂ ਨੇ ਪਰਮਾਤਮਾ ਨੇ ਸਾਡੇ ਲਈ ਪਾਣੀ ਬਣਾਇਆ ਗਰੀਬ ਤੋਂ ਗਰੀਬ ਆਦਮੀ ਵੀ ਪਾਣੀ ਪੀ ਸਕਦਾ ਹੈ ਅਮੀਰ ਤੋਂ ਅਮੀਰ ਵੀ ਪੀ ਸਕਦਾ ਹੈ ਔਰ ਸਭ ਤੋਂ ਸਿਹਤਮੰਦ ਡਾਕਟਰੀ ਲਿਹਾਜ਼ ਨਾਲ ਮੈਂ ਕਹਿ ਰਿਹਾ ਤੁਹਾਨੂੰ ਡਾਕਟਰੀ ਲਿਹਾਜ਼ ਨਾਲ ਸਭ ਤੋਂ ਸਿਹਤਮੰਦ ਪੀਣ ਵਾਲੀ ਚੀਜ਼ ਹੈ ਪਾਣੀ ਇਹਦੇ 'ਚ ਕੋਈ ਕੈਲੋਰੀਜ਼ ਨਹੀਂ ਹੁੰਦੀਆਂ ਪਾਣੀ ਪੀਣ ਦੇ ਨਾਲ ਕਿਡਨੀਆਂ ਸਾਫ਼ ਰਹਿੰਦੀਆਂ ਪੱਥਰੀ ਨਹੀਂ ਹੁੰਦੀ ਡੀਹਾਈਡਰੇਸ਼ਨ ਨਹੀਂ ਹੁੰਦੀ ਤੇ ਬੰਦਾ ਮੋਟਾ ਵੀ ਨਹੀਂ ਹੁੰਦਾ ਤੇ ਬੇਲੋੜਾ ਖਾਣ ਦੀ ਤਲਬ ਵੀ ਨਹੀਂ ਹੁੰਦੀ ਸੋ ਸਾਨੂੰ ਬਜਾਏ ਸੌਫਟ ਡਰਿੰਕਾਂ ਪੀਣ ਦੇ ਇੱਕ ਦੂਜੀ ਚੀਜ਼ ਜਿਹੜੀ ਸਭ ਤੋਂ ਦੂਜੇ ਨੰਬਰ ਤੇ ਵੀ ਉਹ ਸਾਡੇ ਘਰ ਦੀ ਚਾਟੀ ਦੀ ਲੱਸੀ ਰੜਕ ਕੇ ਚੋਂ ਮੱਖਣ ਕੱਢ ਲਿਆ ਹੋਵੇ ਉਹ ਲੱਸੀ ਵੀ ਬਹੁਤ ਸਿਹਤਮੰਦ ਹੈ ਨਹੀਂ ਤੇ ਪਾਣੀ ਤੇ ਜਿਹੜੀਆਂ ਕੋਕਾ ਕੋਲਾ ਤੇ ਫੈਂਟਾ ਤੇ ਇਹ ਸਭ ਮਿਲਦਾ ਸਪਰਾਈਟ ਵਗੈਰਾ ਤੇ ਸਭ ਬਕਵਾਸ ਹੈ ਖੰਡ ਨਾਲ ਕੈਮੀਕਲਾਂ ਨਾਲ ਭਰਿਆ ਹੁੰਦਾ ਇਹ ਤੇ ਪੈਸੇ ਵੀ ਖਰਚਦੇ ਲੋਕ ਤੇ ਸਿਹਤ ਵੀ ਖਰਾਬ ਕਰਦੇ ਨੇ ਠੀਕ ਹੈ ਬੱਚਿਓ ਸੋ ਇਹ ਯਾਦ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ 'ਚ ਵਾਧਾ ਕਰ ਰਿਹਾ ਕਿ ਵਾਟਰ ਇਜ਼ ਦੀ ਹੈਲਦੀਐਸਟ ਡਰਿੰਕ ਡਾਕਟਰੀ ਲਿਹਾਜ਼ ਨਾਲ ਸਭ ਤੋਂ ਸਿਹਤਮੰਦ ਪੀਣ ਵਾਲੀ ਚੀਜ਼ ਹੈ ਪਾਣੀ ਠੀਕ ਹੈ ਤੇ ਫਿਰ ਅਗਲੀ ਗੱਲ ਇਹਨਾਂ ਜੁੜੀ ਮੈਂ ਕਹੀ ਹੈ ਕਹਿੰਦੇ ਡਰਿੰਕ ਐਨਫ ਵਾਟਰ ਅਰਥਾਤ ਰਜਵੀਂ ਮਾਤਰਾ ਵਿੱਚ ਮਤਲਬ ਪਾਣੀ ਪੀਓ ਲੈਸਟ ਯੂ ਸ਼ੁੱਡ ਸਫਰ ਫਰੋਮ ਡੀਹਾਈਡਰੇਸ਼ਨ ਹੁਣ ਦੇਖੋ ਤੁਹਾਡੇ ਲਈ ਇੱਕ ਨਵਾਂ ਸ਼ਬਦ ਆ ਗਿਆ ਡੀਹਾਈਡਰੇਸ਼ਨ ਕੀ ਹੁੰਦਾ ਬੱਚੋ ਪਾਣੀ ਦੀ ਘਾਟ ਅਰਥਾਤ ਪਾਣੀ ਠੀਕ ਠਾਕ ਮਾਤਰਾ ਵਿੱਚ ਪੀਂਦੇ ਰਹੋ ਲੈਸਟ ਯੂ ਸ਼ੁੱਡ ਸਫਰ ਫਰੋਮ ਡੀਹਾਈਡਰੇਸ਼ਨ ਕਿਤੇ ਤੁਸੀਂ ਪਾਣੀ ਦੀ ਥੁੜ ਦਾ ਡੀਹਾਈਡਰੇਸ਼ਨ ਦਾ ਸ਼ਿਕਾਰ ਨਾ ਹੋ ਜਾਇਓ ਲੈਸਟ ਸ਼ੁੱਡ ਲੈਸਟ ਔਰ ਸ਼ੁੱਡ ਹਮੇਸ਼ਾ ਜੋੜੀਦਾਰ ਹੁੰਦੇ ਨੇ ਬੱਚਿਓ ਜਦੋਂ ਕਹਿਣਾ ਹੋਵੇ ਇਦਾਂ ਕਰੋ ਕਿਤੇ ਇਦਾਂ ਨਾ ਹੋ ਜਾਏ ਇਦਾਂ ਕਰੋ ਕਿਤੇ ਇਦਾਂ ਨਾ ਹੋ ਜਾਏ ਫਿਰ ਅਸੀਂ ਕਹਿੰਦੇ ਹਾਂ ਡੂ ਦਿਸ ਲੈਸਟ ਯੂ ਸ਼ੁੱਡ ਠੀਕ ਹੈ ਸੋ ਹੁਣ ਇਹਨੂੰ ਵਰਬ ਦੇ ਤੌਰ ਤੇ ਦੇਖੀਏ ਹੀ ਇਜ਼ ਫੀਡਿੰਗ ਫੀਡਿੰਗ ਹੁੰਦਾ ਬੱਚਿਓ ਖਾਣਾ ਖਵਾਉਣਾ ਠੀਕ ਹੈ ਸੋ ਪਸ਼ੂਆਂ ਨੂੰ ਅਸੀਂ ਕੀ ਖਵਾਉਂਦੇ ਹਾਂ ਤੂੜੀ ਪੱਠੇ ਬਾਜਰਾ ਬਰਸੀਨ ਹਨਾ ਜੋ ਵੀ ਹੁੰਦਾ ਹੀ ਇਜ਼ ਫੀਡਿੰਗ ਐਂਡ ਵਾਟਰਿੰਗ ਹਿਜ਼ ਬਫੈਲੋਜ਼ ਉਹ ਆਪਣੀ ਮੱਝਾਂ ਨੂੰ ਪੱਠੇ ਖਵਾ ਰਿਹਾ ਹੈ ਅਤੇ ਪਾਣੀ ਪਵਾ ਰਿਹਾ ਹੈ ਠੀਕ ਹੈ ਫਿਰ ਦੂਜਾ ਲੈਟ ਅਸ ਗੋ ਆਓ ਚਲੀਏ ਐਂਡ ਵਾਟਰ ਦੀ ਫੀਲਡਸ ਅਤੇ ਖੇਤਾਂ ਨੂੰ ਪਾਣੀ ਦੇਈਏ
ठीक है, वाटर द फील्ड्स। हुण ਇਹ वर्ब हैगी है, वाटरिंग वर्ब हो गई, यह भी वर्ब हैगा। फिर एज सून एज शी स्टार्टिड ग्रेटिंग दी अनियंस, ग्रेट ਹੁੰਦਾ ਬੱਚੋ ਕੱਦੂਕਸ ਕਰਨਾ। ਕਹਿੰਦੇ ਐज ਸੂਨ ਐਜ਼ ਅਰਥਾਤ ਜਿਵੇਂ ਹੀ, ਸ਼ੀ ਸਟਾਰਟਿਡ ਉਹਨੇ ਸ਼ੁਰੂ ਕੀਤਾ ਕਿ ਗ੍ਰੇਟਿੰਗ ਦੀ ਅਨੀਅਨਸ, ਜਿਵੇਂ ਹੀ ਉਹਨੇ ਗੰਢਿਆਂ ਨੂੰ ਕੱਦੂਕਸ ਕਰਨਾ ਸ਼ੁਰੂ ਕੀਤਾ, ਹਰ ਆਈਜ਼ ਸਟਾਰਟਿਡ ਵਾਟਰਿੰਗ, ਉਹਦੀ ਅੱਖਾਂ ਚੋਂ ਪਾਣੀ ਵਗਣਾ ਸ਼ੁਰੂ ਹੋ ਗਿਆ। ठीक है बच्चों, बड़ा रोचक, इंटरस्टिंग और प्रैक्टिकल मैं सेंटेंस मौलिक तौर पर अपने समाज में जो चीज़ां प्रैक्टिकली वरतदियां मैं वो आधार पर ਤੁਹਾਡੇ ਲਈ सेंटेंस बना रहा। इसी करके मैं ਤੁਹਾਨੂੰ कहना ਇਹਨਾਂ ਤੋਂ ਸੇਧ ਲੈ ਕੇ ਤੁਸੀਂ ਵੀ ਆਪਣੀ ਕਲਪਨਾ ਨੂੰ ਉਡਾਰੀ ਦੇਵੋ ਤੇ ਕੁਝ सेंटेंस ਆਪਣੇ ਆਪ ਬਣਾਉਣ ਦਾ ਯਤਨ ਜ਼ਰੂਰ ਕਰੋ। आओ ਅੱਗੇ देखिए ਹੁਣ दूसरा गया वोट। बच्चों ਇਹ बड़ा ਵਧੀਆ है, इस करके नाउन ਦੇ मैं अलग अलग एग्जांपल लेने, वो ਤੇ वर्ब ਦੇ अलग लेने, दो मतलब कि ज़्यादा एग्जांपल लेने, दो ਸਲਾਈਡਾਂ ਵਿੱਚ ਆਏਗਾ। और है वोटिंग आम अखबारों में रोज़मर्रा की जिंदगी असीं डेमोक्रेसी च रहने, वोटां पैंदियां ने। सो इन्हां बड़े सारे जुड़े कुछ फ्रेज है ने, मुहावरे है ने जो तुहानूं पता होने चाहिए ने। सो क्योंकि वोट शब्द आ गया, सो मैं सोचा चलो वध तो वध शब्द तुहानूं दे देवां, भी है वध तो वध सेंटेंस बना के दस देवां ताकि इन्हां दी वरतों किवें कीती जांदी है। हुण नाउन के तौर पर मतलब वोट का मतलब हुंदा बच्चों अपने विचार का प्रगटावा, किसी चीज़ ते मोहर लाई कि मैं इस चीज़ की प्रवानगी दिंदा ਜਾਂ ਮੈਂ ਇਹਦੇ ਨਾਲ ਸਹਿਮਤ ਹਾਂ ਜਾਂ ਨਹੀਂ ਸਹਿਮਤ ਹੈਗਾ, ਤੇ ਅਸੀਂ ਉਹਤੇ ਠੱਪਾ ਲਾਉਂਦੇ ਹਾਂ ਜਾਂ ਮੋਹਰ ਲਾਉਂਦੇ ਹਾਂ, ਤੇ ਉਹ ਜਿਹੜਾ ਮੇਰਾ ਵਿਚਾਰ ਦਾ ਪ੍ਰਗਟਾਵਾ ਹੈ ਉਹਨੂੰ ਕਿਹਾ ਜਾਂਦਾ ਹੈ ਵੋਟ। ਠੀਕ ਹੈ, और देखिए दे आर स्टिल काउंटिंग दी वोट्स, अर्थात वो हाले भी वोटां दी गिणती करते पे हैं। ठीक है, मतलब है यह नाउन है। देखो ही इज़ गोइंग टू कास्ट हिज वोट, कास्ट वोट तो होंदा है वोट पाउणी। हुण देखो कास्ट आम इदां ਤੁਹਾਨੂੰ शायद दिमाग च ना आवे ਜਦੋਂ ਕਹਿੰਦੇ वोट पानी, तो ਇਹਦਾ मतलब ਹੁੰਦਾ टू कास्ट वोट। ही इज़ गोइंग टू कास्ट हिज वोट, वो अपनी वोट पाउण जा रहा है। ठीक है, फिर अगला आ गया वी शुड नॉट ट्रेड, ट्रेड का मतलब इत्थे सौदा करना। अवर वोट्स, अपनियां वोटां का सौदा नहीं करना चाहिए किहदे नाल, फॉर मनी और अल्कोहल, शराब या पैसे ਲਈ। ਅਸੀਂ ਬੱਚੋ ਜਾਣਦੇ ਹਾਂ नेता लोग तो कमीने घटिया है ही ने, पर ना लोकी भी की रल जाते हैं, सदाई हो जाते हैं, पैसे लैके तो बोतल लैके अपनी वोटां बेच देंगे ने, तो साडे समाज का सत्यानाश हुंदा है, तो देश इन्ने साल हो गए आज़ाद होकर हाल तक सुधार नहीं हो रहा। सो ये सारे जिम्मेवार हाँ। सो सानू अहद करना चाहिए है, यह अपने आप नू एक वादा करना चाहिए कि वी शुड नॉट ट्रेड अवर वोट्स फॉर मनी और एल्कोहल, सानू अपनियां वोटां दा सौदा पैसे या शराब दे नाल नहीं करना चाहिए। ठीक है, फिर अगला दी सजेशन, सजेशन होंदा बच्चों सलाह। वाज अप्रूव्ड, अप्रूव्ड मैंने प्रवान कर ली गई। मान लो कि मीटिंग सी, संस्था सी, इकत्तरता हुई, उत्थे कुछ विचार वटांदरा होया, कहंदे दी सजेशन वाज अप्रूव्ड, अर्थात जिहड़ा विचार जिहड़ी सलाह दिती गई उन्होंने प्रवान कर लिया गया। किदां, विद 13 वोट्स इन फेवर, 13 वोटां उहदे हक विच, एंड 7 वोट्स अगेंस्ट, ते 7 वोटां उहदे खिलाफ। अर्थात मतलब 17 और 13 और 7 20 बंदे सीगे, ते कोई सलाह सी, ते उहदे बारे विचार चर्चा हुई, कहंदे भी दसो इहनूं मन्नीए ना मन्नीए, कहंदे वोटां पा लैंदे आ जी। ते जिहड़े वोटां पईयां ते जिहड़ी 13 वोटां सीगियां वो हक विच पईयां ते 7 वोटां उहदे खिलाफ पईयां। सो इस करके प्रवान कर लई, क्योंकि जिहड़ियां हक च वोटां सी वो ज़्यादा सीगियां। दी सजेशन वाज अप्रूव्ड विद 13 वोट्स इन फेवर मैंने हक विच, एंड 7 वोट्स अगेंस्ट उहदे खिलाफ। ठीक है, यह इदां मतलब की चीज़ होंदी है। दी बीजेपी गॉट ओनली 3% ऑफ दी वोट्स, इत्थे दी वोट्स का मतलब की है भी लोगों ने जिन्हें वोटां हैगियां रजिस्टर्ड पईयां, ते उह चों कितनियां वोटां मिलियां, सिर्फ 3% वोटां बीजेपी नूं मिलियां। इदां अखबारां विच जिल्ले खबरां लिखियां जांदियां इदां छपदियां ने। या दी बीजेपी कैंडीडेट लॉस्ट, अर्थात जिहड़ा बीजेपी का जिहड़ा कैंडीडेट सीगा वो हार गया, बाय लिखा है कितनियां वोटां नाल हारिया, 13,000 वोट्स। बीजेपी का जिहड़ा कैंडीडेट सीगा वो 13,000 वोटां नाल हार गया। तो जे असीं जितना कहिए भी जित गया या असीं जित गए, वी वन बाय 50,000 वोट्स, असीं 50,000 वोटां नाल जित गए। सो वन बाय सो मैनी वोट्स, लॉस्ट बाय सो मैनी वोट्स, गॉट ओनली सो मैनी वोट्स, इन फेवर वोट्स, अगेंस्ट वोट्स। इस तरह ट्रेडिंग वोट्स, कास्ट वोट, काउंटिंग दी वोट्स, यह तो है नाउन। हुण असीं वर्ब दा देखिए, वो भी बड़ा रोचक है। देखो वी शुड वोट ऑनेस्टली एंड वाइजली,
ਓਨੈਸਟਲੀ ਮੈਨੇ ईमानदारी ਦੇ ਨਾਲ, ਸਾਨੂੰ ਠੱਗੀ ਠੋਰੀ ਨਹੀਂ ਕਰਨੀ ਚਾਹੀਦੀ, ਪੈਸੇ ਲੈ ਕੇ ਵੋਟ ਆਪਣੀ ਵੇਚਣੀ ਨਹੀਂ ਚਾਹੀਦੀ। ਵਾਈਜ਼ਲੀ ਮੈਨੇ ਸਿਆਣਪ ਦੇ ਨਾਲ, ਪੜ੍ਹੇ ਲਿਖੇ ਬੰਦਿਆਂ ਨਾਲ ਸਲਾਹ ਕਰਨੀ ਚਾਹੀਦੀ ਹੈ। ਭੇਡ ਚਾਲ ਵਾਂਗੂ ਜਾਤ ਦੇ ਆਧਾਰ ਤੇ ਇਹ ਨਹੀਂ ਕਹਿਣਾ ਚਾਹੀਦਾ ਫਲਾਨੀ ਸਾਡੀ ਬਰਾਦਰੀ ਦਾ ਹੈਗਾ, ਅਸੀਂ ਜੱਟ ਹੈਗੇ ਤੇ ਜੱਟ ਨੂੰ ਵੋਟ ਪਾਣੀ ਹੈ, ਅਸੀਂ ਸਿਆਣੀ ਹੈਗੇ ਤੇ ਸਿਆਣੀ ਨੂੰ ਵੋਟ ਪਾਣੀ ਹੈਗੀ ਹੈ, ਅਸੀਂ ਤਰਖਾਣ ਹੈਗੇ ਤਰਖਾਣ ਨੂੰ ਵੋਟ ਪਾਣੀ ਹੈ। ਇੱਦਾਂ ਦੀ ਮੂਰਖਤਾ ਨਹੀਂ ਕਰਨੀ ਚਾਹੀਦੀ। ਜਿਹੜਾ ਕੈਂਡੀਡੇਟ ਉਹਦੀ ਲਿਆਕਤ ਤੇ ਉਹਦਾ ਜੋ ਉਹਦੀ ਰਿਪੂਟੇਸ਼ਨ ਕਿੱਦਾਂ ਦੀ ਹੈ, ਉਹ ਕਿੰਨਾ ਇਮਾਨਦਾਰ ਹੈਗਾ, ਕਿੰਨਾ ਮਿਹਨਤੀ ਹੈਗਾ, ਜਾਂ ਕਿੰਨੀ ਉਹ 'ਚ ਸਿਆਣਪ ਹੈਗੀ ਹੈ, ਉਹਦੀ ਅਕਲ ਨੂੰ ਤੇ ਉਹਦੇ ਕਿਰਦਾਰ ਨੂੰ ਦੇਖ ਕੇ ਸਾਨੂੰ ਵੋਟ ਪਾਣੀ ਚਾਹੀਦੀ ਹੈ। ਸੋ ਵੀ ਸ਼ੁੱਡ ਵੋਟ ਓਨੈਸਟਲੀ ਐਂਡ ਵਾਈਜ਼ਲੀ। ਠੀਕ ਹੈ, ਸਾਨੂੰ ਆਪਣੀ ਵੋਟ ਇਮਾਨਦਾਰੀ ਦੇ ਨਾਲ ਅਤੇ ਸਿਆਣਪ ਨਾਲ ਪਾਣੀ ਚਾਹੀਦੀ ਹੈ। ਹੁਣ ਦੇਖੋ ਸ਼ੁੱਡ ਵੋਟ, ਹੁਣ ਵੋਟ ਇੱਥੇ ਕੀ ਹੈਗਾ, ਇੱਥੇ ਵਰਬ ਹੈਗੀ ਹੈ, ਤੇ ਜੇ ਨਾउन ਦੇ ਤੌਰ ਤੇ ਵਰਤਣਾ ਹੈ ਫਿਰ ਮੈਂ ਕਹਾਂਗਾ ਵੀ ਸ਼ੁੱਡ ਕਾਸਟ ਅਵਰ ਵੋਟ ਓਨੈਸਟਲੀ ਐਂਡ ਵਾਈਜ਼ਲੀ। ਜਿਵੇਂ ਨਾउन ਦੇ ਤੌਰ, ਜੇ ਇਹ ਕਹਿਣ ਵੀ ਇਸੀ ਗੱਲ ਨੂੰ ਤੁਸੀਂ ਲਿਖੋ ਪਰ ਵੋਟ ਨੂੰ ਇੱਥੇ ਵਰਬ ਵਰਤਿਆ, ਤੁਸੀਂ ਨਾउन ਵਰਤਣਾ ਹੈ, ਤੇ ਫਿਰ ਮੈਂ ਕੀ ਕਹਾਂਗਾ ਵੀ ਸ਼ੁੱਡ ਕਾਸਟ ਅਵਰ ਵੋਟ ਓਨੈਸਟਲੀ ਐਂਡ ਵਾਈਜ਼ਲੀ। ਠੀਕ ਹੈ ਨਾ, ਇਹ ਫਰਕ ਹੁੰਦਾ ਨਾउन ਦਾ ਤੇ ਵਰਬ ਦਾ। ਫਿਰ ਦੀ ਕਮੇਟੀ ਵੋਟਿਡ ਔਨ ਦੀ ਪ੍ਰਪੋਜ਼ਲ। ਹੁਣ ਜਦੋਂ ਇੱਦਾਂ ਹੋਵੇ ਪ੍ਰਪੋਜ਼ਲ ਹੁੰਦਾ ਹੈ ਸੁਝਾਅ, ਕਮੇਟੀ ਮੈਂ ਸਾਰੇ ਐਗਜ਼ਾਮਪਲ ਇੱਕੋ ਜਿਹੇ ਲੈ ਲਏ ਵੀ ਜਦੋਂ ਗੱਲਾਂ ਵੋਟ ਦੇ ਨਾਲ ਜੁੜੀਆਂ ਤੇ ਕਿੱਦਾਂ ਕਿੱਦਾਂ ਕੀਤੀਆਂ ਜਾਂਦੀਆਂ। ਅਰਥਾਤ ਕਮੇਟੀ ਨੇ ਸੁਝਾਅ ਉੱਤੇ ਵੋਟਿੰਗ ਕੀਤੀ, ਵੋਟ ਪਵਾਈ। ਦੀ ਕਮੇਟੀ ਵੋਟਿਡ ਔਨ ਦੀ ਪ੍ਰਪੋਜ਼ਲ, ਜਿਹੜਾ ਸੁਝਾਅ ਆਇਆ ਉਹਦੇ ਤੇ ਫਿਰ ਕਮੇਟੀ ਨੇ ਵੋਟਾਂ ਪਵਾਈਆਂ, ਇਹਦਾ ਮਤਲਬ ਵੋਟਿਡ ਔਨ ਦੀ ਪ੍ਰਪੋਜ਼ਲ। ਤੇ ਜੇ ਕਮੇਟੀ ਵੋਟਿਡ ਫॉर ਦੀ ਪ੍ਰਪੋਜ਼ਲ, ਅਰਥਾਤ ਜਿਹੜੀ ਕਮੇਟੀ ਸੀਗੀ ਉਹਨੇ ਸੁਝਾਅ ਦੇ ਹੱਕ ਵਿੱਚ ਵੋਟ ਪਾਈ, ਇਹਦਾ ਮਤਲਬ ਫॉर, ਵੋਟਿਡ ਫॉर। ਤੇ ਇਸੇ ਗੱਲ ਨੂੰ ਕਿੱਦਾਂ ਲਿਖ ਸਕਦੇ ਹਾਂ, ਦੀ ਕਮੇਟੀ ਵੋਟਿਡ ਇਨ ਫੇਵਰ ਆਫ ਦੀ ਪ੍ਰਪੋਜ਼ਲ, ਕਮੇਟੀ ਨੇ ਸੁਝਾਅ ਦੇ ਹੱਕ ਵਿੱਚ ਵੋਟ ਪਾਈ। ਠੀਕ ਹੈ, ਅਗਲਾ ਜੇ ਉਹਦੇ ਖਿਲਾਫ ਪਾਣੀ ਹੋਵੇ, ਦੀ ਕਮੇਟੀ ਵੋਟਿਡ ਅਗੇਂਸਟ ਦੀ ਪ੍ਰਪੋਜ਼ਲ, ਕਮੇਟੀ ਨੇ ਸੁਝਾਅ ਦੇ ਖਿਲਾਫ, ਉਹਦੇ ਵਿਰੋਧ ਵਿੱਚ ਵੋਟ ਪਾਈ। ਠੀਕ ਹੈ, ਤੇ ਜੇ ਅਸੀਂ ਕਹਿਣਾ ਹੋਵੇ ਕਿ ਪ੍ਰਪੋਜ਼ਲ ਜਿਹੜਾ ਸੀਗਾ ਵੋਟ ਪਵਾ ਕੇ ਵੋਟਾਂ ਰਾਹੀਂ ਰੱਦ ਕਰ ਦਿੱਤਾ ਗਿਆ, ਦੀ ਪ੍ਰਪੋਜ਼ਲ ਵਾਜ਼ ਵੋਟਿਡ ਡਾਊਨ, ਅਰਥਾਤ ਵੋਟਾਂ ਪਈਆਂ ਤੇ ਵੋਟਾਂ ਵਿਰੋਧ ਵਿੱਚ ਜ਼ਿਆਦਾ ਸੀਗੀਆਂ, ਇਸ ਕਰਕੇ ਸੁਝਾਅ ਰੱਦ ਕਰ ਦਿੱਤਾ ਗਿਆ। ਤੇ ਕਿੱਦਾਂ ਰੱਦ ਕੀਤਾ ਗਿਆ, ਵੋਟਾਂ ਰਾਹੀਂ ਰੱਦ ਕੀਤਾ ਗਿਆ, ਤੇ ਕਹਾਂਗੇ ਦੀ ਪ੍ਰਪੋਜ਼ਲ ਵਾਜ਼ ਵੋਟਿਡ ਡਾਊਨ। ਠੀਕ ਹੈ, ਤੇ ਜੇ ਪ੍ਰਪੋਜ਼ਲ ਲੰਘ ਜਾਏ, ਮਤਲਬ ਪਾਸ ਹੋ ਜਾਏ, ਪ੍ਰਵਾਨ ਕਰ ਲਿਆ ਜਾਵੇ, ਵੋਟਾਂ ਰਾਹੀਂ ਵੋਟਾਂ ਜ਼ਿਆਦਾ ਪੈਣ, ਫਿਰ ਅਸੀਂ ਕਹਾਂਗੇ ਦੀ ਪ੍ਰਪੋਜ਼ਲ ਵਾਜ਼ ਵੋਟਿਡ ਥਰੂ। ਥਰੂ ਮਾਨੇ ਲੰਘਾਤਾ, ਵੀ ਕੰਮ ਹੋ ਗਿਆ, ਉਹ ਪ੍ਰਵਾਨ ਕਰ ਲਿਆ ਗਿਆ, ਫਿਰ ਅਸੀਂ ਕਹਾਂਗੇ ਦੀ ਪ੍ਰਪੋਜ਼ਲ ਵਾਜ਼ ਵੋਟਿਡ ਥਰੂ। ਬੱਚੇ ਬੜੀਆਂ ਮਹੱਤਵਪੂਰਨ ਚੀਜ਼ਾਂ ਨੋਟ ਕਰ ਲਓ, ਇਹਨਾਂ ਨੂੰ ਰੱਟਾ ਲਾ ਲਓ, ਕੰਠ ਕਰ ਲਓ, ਤੁਹਾਡੇ ਮੂੰਹ ਤੇ ਚੜ ਜਾਣਗੀਆਂ, ਹਨਾ। ਸੋ ਵੋਟ ਫॉर, ਵੋਟ ਇਨ ਫੇਵਰ, ਵੋਟ ਅਗੇਂਸਟ, ਵੋਟਿਡ ਡਾਊਨ, ਵੋਟ ਥਰੂ। ਤੇ ਇਸੇ ਤਰ੍ਹਾਂ ਜੇ ਮੰਨ ਲਓ ਸੰਸਥਾ ਦੇ ਵਿੱਚ ਕਿਸੇ ਬੰਦੇ ਦੇ ਖਿਲਾਫ ਕੋਈ ਮਤਲਬ ਕਿ ਕੋਈ ਸ਼ਿਕਾਇਤਾਂ ਆ ਰਹੀਆਂ ਜਾਂ ਉਹਨੂੰ ਲਾਹਣਾ ਹੈ ਉੱਤੋਂ, ਜਾਂ ਮੈਂਬਰੀ ਤੋਂ ਹਟਾਉਣਾ ਹੈ, ਤੇ ਫਿਰ ਉਹ ਕਹਿੰਦੇ ਵੋਟਾਂ ਪਾਓ ਜੀ, ਇਹਦੇ ਹੱਕ ਵਿੱਚ ਕਿੰਨੇ ਬੰਦੇ ਨੇ ਤੇ ਇਹਦੇ ਵਿਰੋਧ ਵਿੱਚ ਕਿੰਨੇ ਬੰਦੇ ਨੇ, ਤੇ ਵੋਟਾਂ ਪਈਆਂ, ਤੇ ਮੰਨ ਲਓ ਵੋਟਾਂ ਜ਼ਿਆਦਾ ਪਈਆਂ ਤੇ ਉਹਨੂੰ ਆਫਿਸ ਜਾਂ ਸੰਸਥਾ ਛੱਡਣੀ ਪਈ, ਤੇ ਕੀ ਕਹਾਂਗੇ, ਹੀ ਵਾਜ਼ ਵੋਟਿਡ ਆਊਟ ਆਫ ਦੀ ਆਰਗੇਨਾਈਜੇਸ਼ਨ, ਮਤਲਬ ਕਿ ਉਹਨੂੰ ਵੋਟਾਂ ਪਈਆਂ ਤੇ ਉਹਨੂੰ ਸੰਸਥਾ ਤੋਂ ਬਾਹਰ ਕੱਢ ਦਿੱਤਾ ਗਿਆ। ਹੀ ਵਾਜ਼ ਵੋਟਿਡ ਆਊਟ ਆਫ ਦੀ ਆਰਗੇਨਾਈਜੇਸ਼ਨ, ਇਹ ਰਿਜ਼ਾਈਨ ਨਹੀਂ ਦਿੱਤਾ ਉਹਨੇ, ਅਸਤੀਫਾ ਨਹੀਂ ਦਿੱਤਾ, ਉਹਨੂੰ ਸੈਕ ਨਹੀਂ ਕੀਤਾ, ਡਿਸਮਿਸ ਨਹੀਂ ਕੀਤਾ, ਤੇ ਉਹਨੂੰ ਕੀ ਕੀਤਾ ਵੀ ਵੋਟਾਂ ਪਵਾ ਲਈ। ਠੀਕ ਹੈ, ਕਹਿੰਦੇ ਜੀ ਚਲੋ ਕੋਈ ਗੱਲ ਨਹੀਂ, ਅਸੀਂ ਵੋਟਾਂ ਪਵਾ ਲੈਂਦੇ ਹਾਂ, ਇੰਨੇ ਬੰਦੇ ਤੁਹਾਡੇ ਵਿਰੋਧ 'ਚ ਨੇ, ਇੰਨੇ ਬੰਦੇ ਆਪੇ ਪਤਾ ਲੱਗ ਜਾਏਗਾ। ਸੋ ਜਿਹੜੇ ਵੋਟਾਂ ਪਈਆਂ ਤੇ ਜ਼ਿਆਦਾ ਹੋ ਗਈਆਂ ਤੇ ਹੀ ਵਾਜ਼ ਵੋਟਿਡ ਆਊਟ ਆਫ ਦੀ ਆਰਗੇਨਾਈਜੇਸ਼ਨ। ਹੁਣ ਮੰਨ ਲਓ ਬਾਹਰਲਾ ਬੰਦਾ ਜਾਂ ਕੋਈ ਅੰਦਰਲੇ ਬੰਦਾ ਜਿਹੜਾ ਹੈਗਾ ਉਹਨੂੰ ਕੋਈ ਮੈਂਬਰਸ਼ਿਪ ਦੇਣੀ ਹੈ ਜਾਂ ਕਿਸੇ ਅਹੁਦੇ ਤੇ ਦੇਣਾ ਹੈ, ਤੇ ਫਿਰ ਕਹਿੰਦੇ ਵੋਟਾਂ ਪਵਾ ਲਓ, ਤੇ ਕਹਾਂਗੇ ਹੀ ਵਾਜ਼ ਵੋਟਿਡ ਇਨ ਐਜ਼ ਸੈਕਟਰੀ, ਅਰਥਾਤ ਉਹਨੂੰ ਵੋਟਾਂ ਪਵਾ ਕੇ ਉਹਨੂੰ ਸ਼ਾਮਿਲ ਕਰ ਲਿਆ ਗਿਆ ਤੇ ਬਤੌਰ ਸਕੱਤਰ ਦੇ ਉਹਨੂੰ ਥਾਪ ਦਿੱਤਾ ਗਿਆ। ਹੀ ਵਾਜ਼ ਵੋਟਿਡ ਇਨ ਐਜ਼ ਸੈਕਟਰੀ, ਜਾਂ ਫਿਰ ਐਜ਼ ਆਨਰਰੀ ਮੈਂਬਰ, ਐਜ਼ ਆਰਡੀਨਰੀ ਮੈਂਬਰ, ਐਜ਼ ਕੈਸ਼ੀਅਰ, ਐਜ਼ ਪ੍ਰੈਜ਼ੀਡੈਂਟ, ਐਜ਼ ਵਾਈਸ ਪ੍ਰੈਜ਼ੀਡੈਂਟ, ਜੋ ਮਰਜ਼ੀ ਤੁਸੀਂ ਲਿਖ ਲਓ। ਹੀ ਵਾਜ਼ ਵੋਟਿਡ ਇਨ ਅਰਥਾਤ ਵੋਟਾਂ ਪਾ ਕੇ ਉਹਨੂੰ ਸ਼ਾਮਿਲ ਕਰ ਲਿਆ ਗਿਆ। ਠੀਕ ਹੈ ਜੀ, ਐਡਜੈਕਟਿਵ ਇਹਦਾ ਹੈਗਾ ਨਾਟ ਐਪਲੀਕੇਬਲ। ਆਓਗੇ ਚਲੀਏ, ਹੁਣ ਆ ਗਿਆ ਮੈਨ। ਇਹ ਵੀ ਬੜਾ ਸੌਖਾ ਹੈ, ਤੇ ਵਰਬ ਕਈ ਵਾਰ ਅਸੀਂ ਇਹਦੀ ਨਹੀਂ ਵਰਤਦੇ ਆਮ ਤੌਰ ਤੇ, ਸੋ ਜ਼ਿਆਦਾਤਰ ਅਸੀਂ ਮੈਨ ਨੂੰ ਨਾउन ਦੇ ਤੌਰ ਤੇ ਹੀ ਵਰਤਦੇ ਹਾਂ। ਮੈਨ ਦਾ ਮਤਲਬ ਹੈ ਬੰਦਾ, ਮਰਦ, ਇਨਸਾਨ, ਮਤਲਬ ਕਿ ਜਾਂ ਸਮੁੱਚੀ ਜਿਹੜੀ ਮਨੁੱਖਤਾ ਦੇ ਵਾਸਤੇ ਵੀ ਅਸੀਂ ਕਹਿ ਲੈਂਦੇ ਹਾਂ। ਠੀਕ ਹੈ, ਹੁਣ ਦੇਖੋ ਜਿੱਦਾਂ ਇਹ ਅਖਾਣ ਬਣੇ ਹੋਏ ਨੇ, ਮੈਨ ਕੈਨ ਨਾਟ ਲਿਵ ਬਾਏ ਬ੍ਰੈਡ ਐਲੋਨ, ਹੁਣ ਇਹ ਬੜਾ ਮਸ਼ਹੂਰ ਅਖਾਣ ਹੈ, ਮੈਨ ਕੈਨ ਨਾਟ ਲਿਵ ਬਾਏ ਬ੍ਰੈਡ ਐਲੋਨ। ਇਹਦਾ ਮਤਲਬ ਹੈ ਕਿ ਮਨੁੱਖ ਇਕੱਲਾ ਰੋਟੀ ਕਰਕੇ ਨਹੀਂ ਜਿਉਂਦਾ। ਹੁਣ ਰੋਟੀ ਜਿਹੜੇ
ਅਫਕੋਰਸ ਰੋਟੀ ਤੇ ਪਹਿਲਾ ਮੁੱਢਲਾ ਮਸਲਾ ਹੈ। ਜਦ ਰੋਟੀ ਦਾ ਮਸਲਾ ਹੱਲ ਹੋ ਜਾਏ ਫਿਰ ਉਹਨੂੰ ਹੋਰ ਚੀਜ਼ਾਂ ਵੀ ਚਾਹੀਦੀਆਂ, ਫਿਰ ਉਹਨੂੰ ਮਨੋਰੰਜਨ ਵੀ ਚਾਹੀਦਾ ਹੈ। ਅਰਥਾਤ ਕਹਿਣ ਦਾ ਮਤਲਬ ਇਹ, ਮਨੁੱਖ ਨੂੰ ਮਨੋਰੰਜਨ ਵੀ ਚਾਹੀਦਾ ਹੈ, ਮਨੁੱਖ ਨੂੰ ਸੱਥ ਵੀ ਚਾਹੀਦੀ ਹੈ, ਮਨੁੱਖ ਨੂੰ ਗੱਲਬਾਤ ਕਰਨ ਲਈ ਵੀ ਚਾਹੀਦਾ ਹੈ, ਮਨੁੱਖ ਨੂੰ ਕਵਿਤਾਵਾਂ ਵੀ ਚਾਹੀਦੀਆਂ, ਮਨੁੱਖ ਨੂੰ ਅਖਾੜੇ ਵੀ ਚਾਹੀਦੇ ਨੇ, ਗੀਤ ਵੀ ਚਾਹੀਦੇ ਨੇ, ਕਵਿਤਾ ਵੀ ਚਾਹੀਦੀਆਂ, ਕਹਾਣੀਆਂ ਵੀ ਚਾਹੀਦੀਆਂ। ਅਰਥਾਤ ਮੈਨ ਕੈਨ ਨਾਟ ਲਿਵ ਬਾਏ ਬ੍ਰੈਡ ਅਲੋਨ। ਜੇ ਮਨੁੱਖ ਸਿਰਫ ਰੋਟੀ ਵਾਸਤੇ ਜੀਏਗਾ ਤੇ ਉਹਦੇ ਵਿੱਚ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ ਹੈ। ਇੱਥੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਿਆਣਿਆਂ ਨੇ ਵੀ ਭਾਈ ਆਪਣੇ ਆਪ ਨੂੰ ਰੋਟੀ ਖਾਣ ਤੱਕ ਹੀ ਸੀਮਿਤ ਨਾ ਰੱਖੋ, ਕਿਤਾਬਾਂ ਵੀ ਪੜ੍ਹਿਆ ਕਰੋ, ਸਾਹਿਤ ਵੀ ਪੜ੍ਹਿਆ ਕਰੋ, ਮਾਂ ਬੋਲੀ ਦੇ ਵਾਧੇ ਲਈ ਵੀ ਕੰਮ ਕਰੋ, ਸਮਾਜ ਸੇਵਾ ਵੀ ਕਰੋ ਤੇ ਸਮਾਜ ਵਿੱਚ ਆਪਣਾ ਬਣਦਾ ਹਿੱਸਾ ਪਾਓ, ਐਜੂਕੇਸ਼ਨ ਨੂੰ ਹਾਸਿਲ ਕਰੋ। ਸਭ ਤੋਂ ਵੱਡੀ ਗੱਲ ਜਿਹੜੀ ਹੈ ਕਹੀ ਜਾਂਦੀ ਹੈ ਉਹ ਖਾਸ ਤੌਰ ਤੇ ਫਾਈਨ ਆਰਟਸ ਵਾਸਤੇ, ਕਵਿਤਾਵਾਂ ਵਾਸਤੇ, ਸਾਹਿਤ ਵਾਸਤੇ ਕਹੀ ਜਾਂਦੀ ਹੈ। ਸੋ ਬੱਚੇ ਇੱਥੇ ਮੈਂ ਕਹਾਂਗਾ ਸਾਡੇ ਜਿਹੜੇ ਪੰਜਾਬੀ ਨੇ ਉਹ ਖਾਣ ਪੀਣ ਬਾਰੇ ਤੇ ਕੱਪੜਿਆਂ ਬਾਰੇ, ਬੁਲਟ ਬਾਰੇ, ਗੱਡੀਆਂ ਬਾਰੇ ਤੇ ਹਰ ਵੇਲੇ ਗੱਲਾਂ ਕਰਦੇ ਰਹਿੰਦੇ ਨੇ, ਪਰ ਕਿਤਾਬਾਂ ਨਹੀਂ ਖਰੀਦਦੇ, ਕਿਤਾਬਾਂ ਨਹੀਂ ਪੜ੍ਹਦੇ। ਤੇ ਹੁਣ ਇੱਕ ਹੋਰ ਰਿਵਾਜ਼ ਚੱਲ ਪਿਆ ਵੀ ਇਕੱਲਾ ਆਈਲੈਟਸ ਕਰ ਲਓ ਤੇ ਚਲੋ ਜੀ ਉੱਥੇ ਲੇਬਰ ਬਣ ਕੇ ਕੈਨੇਡਾ 'ਚ ਜਾ ਕੇ ਲੇਬਰ ਕਰੋ, ਜਾਂ ਟਰਾਲਾ ਪਾ ਲਓ ਜਾਂ ਟਰੱਕ ਪਾ ਲਓ। ਸੋ ਬੱਚਿਓ ਇੱਦਾਂ ਦੀ ਸੋਚ ਨੂੰ ਤੁਸੀਂ ਬਦਲੋ ਕਿਰਪਾ ਕਰਕੇ। ਤੁਸੀਂ ਕਹੋ ਕਿ ਅਸੀਂ ਪੜ੍ਹਨਾ ਹੈ, ਅਸੀਂ ਮਾਸਟਰਸ ਕਰਨੀ ਹੈ, ਅਸੀਂ IPS ਕਰਨਾ ਹੈ, ਅਸੀਂ PCS ਕਰਨਾ ਹੈ, ਅਸੀਂ ਡਾਕਟਰ ਬਣਨਾ ਹੈ, ਇੱਦਾਂ ਦੇ ਨਿਸ਼ਾਨੇ ਰੱਖੋਗੇ ਤੇ ਕੋਈ ਅੱਗੇ ਵਧੋਗੇ। ਆਈਲੈਟਸ ਦੇ ਬੱਚਿਓ ਇੱਕ ਅੰਗਰੇਜ਼ੀ ਜਾਣ ਦੀ ਲੇਬਰ ਹੈਗੀ, ਦੈਟਸ ਆਲ, ਇਹਦਾ ਹੋਰ ਕੋਈ ਬੁੱਕਤ ਨਹੀਂ ਹੈਗੀ। ਸੋ ਇਹ ਗੱਲ ਦਾ ਖਿਆਲ ਰੱਖਣਾ ਕਿ ਮੈਨ ਕੈਨ ਨਾਟ ਲਿਵ ਬਾਏ ਬ੍ਰੈਡ ਐਲੋਨ। ਸੋ ਸਾਨੂੰ ਦੂਜੀਆਂ ਰੁਚੀਆਂ ਜਿਹੜੀ ਕੋਮਲ ਕਲਾਵਾਂ ਹੈਗੀਆਂ ਨੇ, ਚਾਹੇ ਮਿਊਜ਼ਿਕ ਹੈਗਾ, ਤਬਲਾ ਹੈਗਾ, ਹਾਰਮੋਨੀਅਮ ਹੈਗਾ, ਕੀਰਤਨ ਹੈਗਾ, ਕਵਿਤਾਵਾਂ ਨੇ, ਵਾਰਾਂ ਨੇ, ਸਾਹਿਤ ਹੈ, ਇਤਿਹਾਸ ਹੈ, ਇਹਦੇ ਬਾਰੇ ਵੀ ਸਾਨੂੰ ਰੁਚੀ ਆਪਣੀ ਬਣਾਉਣੀ ਚਾਹੀਦੀ ਹੈ। ਸੋ ਮੈਨ ਇੱਥੇ ਮਤਲਬ ਕਿ ਮਨੁੱਖ, ਇੱਕ ਸਧਾਰਨ ਗੱਲ ਹੈਗੀ ਹੈ ਕਿ ਮਨੁੱਖ ਇਕੱਲਾ ਰੋਟੀ ਤੇ ਨਹੀਂ ਜੀ ਸਕਦਾ। ਠੀਕ ਹੈ। ਅਗਲਾ, ਗਿਵ ਐਵਰੀ ਮੈਨ ਯੂਅਰ ਈਅਰ। ਈਅਰ ਮੈਨੇ ਕੰਨ, ਅਰਥਾਤ ਹਰ ਇੱਕ ਮਨੁੱਖ ਨੂੰ ਆਪਣਾ ਕੰਨ ਦੇਵੋ। ਇਹਦਾ ਮਤਲਬ ਕਿ ਹਰ ਇੱਕ ਮਨੁੱਖ ਦੀ ਗੱਲ ਸੁਣੋ। ਹਰ ਇੱਕ ਮਨੁੱਖ ਕੋਈ ਨਾ ਕੋਈ ਆਪਣਾ ਦੁੱਖ ਦਰਦ ਵੰਡਾਉਣਾ ਚਾਹੁੰਦਾ ਹੈ, ਕੋਈ ਗੱਲ ਕਹਿਣਾ ਚਾਹੁੰਦਾ ਹੈ। ਕਹਿੰਦੇ ਬੇਸ਼ੱਕ ਹਰ ਮਨੁੱਖ ਦੀ ਗੱਲ ਸੁਣੋ, ਬਟ ਫਿਊ ਯੂਅਰ ਵੌਇਸ, ਪਰ ਆਪਣੀ ਆਵਾਜ਼ ਥੋੜਿਆਂ ਨੂੰ ਦੇਵੋ। ਇਹ ਬੜੀ ਕੀਮਤੀ ਗੱਲ ਹੈ ਬੱਚਿਓ, ਇਹ ਵੀ ਅੰਗਰੇਜ਼ੀ ਦਾ ਅਖਾਣ ਹੈਗਾ। ਕਹਿੰਦੇ ਗੱਲਾਂ ਸਾਰਿਆਂ ਦੀ ਸੁਣੋ, ਬੇਸ਼ੱਕ ਸਾਰਿਆਂ ਨੂੰ ਆਪਣਾ ਕੰਨ ਦੇਵੋ, ਧਿਆਨ ਦੇਵੋ, ਸਮਾਂ ਦੇਵੋ, ਕੋਈ ਐਸੀ ਗੱਲ ਨਹੀਂ, ਪਰ ਆਪਣੀ ਜਿਹੜੀ ਗੱਲ ਹੈਗੀ ਹੈ ਉਹਨੂੰ ਦੇਵੋ ਜੋ ਸੁਣ ਕੇ ਰਾਜੀ ਹੋਵੇ। ਜ਼ਬਰਦਸਤੀ ਨਾ ਬੋਲੋ, ਬਿਨਾਂ ਗੱਲ ਤੋਂ ਨਾ ਬੋਲੋ, ਜਿੱਥੇ ਤੁਹਾਡਾ ਕੋਈ ਸੁਣਨ ਵਾਲਾ ਹੀ ਨਾ ਹੋਵੇ, ਜਿੱਥੇ ਤੁਹਾਡੀ ਗੱਲ ਦੀ ਕਦਰ ਪਾਉਣ ਵਾਲਾ ਹੀ ਕੋਈ ਨਾ ਹੋਵੇ। ਇਹਨੂੰ ਗੁਰਬਾਣੀ 'ਚ ਵੀ ਲਿਖਿਆ ਹੈ, ਜਿਹਨਾਂ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਕਿ ਵਿਣ ਗਾਹਕ ਗੁਣ ਵੇਚੀਐ ਤੋ ਗੁਣ ਸਹਿਗੋ ਜਾਏ। ਜੇ ਬਿਨਾਂ ਗਾਹਕ ਤੋਂ ਤੁਸੀਂ ਗੁਣ ਵੇਚੋਗੇ ਤੇ ਉਹ ਗੁਣ ਜਿਹੜਾ ਸਸਤਾ ਹੋ ਕੇ ਜਾਏਗਾ। ਜੇ ਤੁਸੀਂ ਆਪਣਾ ਹੀਰਾ ਜਾਂ ਕੋਈ ਕੀਮਤੀ ਨਗ ਜਿਹੜਾ ਹੈ, ਜੌਹਰੀ ਦੀ ਥਾਂ ਕਿਸੇ ਤੁਸੀਂ ਸਬਜ਼ੀਆਂ, ਗੰਢੇ, ਆਲੂ ਦੇ ਆੜਤੀ ਕੋਲ ਲੈ ਜਾਓਗੇ ਤੇ ਉਹ ਕਹੇਗਾ ਇਹ 4 ਗੰਢੇ ਲੈ ਜਾ ਤੇ ਹੀਰਾ ਛੱਡ ਜਾ। ਉਹ ਤੇ ਇਹੀ ਕਹੇਗਾ ਨਾ, ਕਿਉਂਕਿ ਉਹਨੂੰ ਹੀਰੇ ਦਾ ਮੁੱਲ ਨਹੀਂ ਪਤਾ ਹੈਗਾ। ਇਸ ਕਰਕੇ ਭਗਤ ਕਬੀਰ ਜੀ ਵੀ ਕਹਿੰਦੇ ਨੇ, ਕਹਿੰਦੇ ਸੰਤ ਮਿਲੇ ਕਿਛ ਕਹੀਏ ਸੁਣੀਏ, ਮਿਲੇ ਅਸੰਤ ਮੁਸ਼ਟ ਕਰ ਰਹੀ ਹੈ। ਕੋਈ ਨਸ਼ੇੜੀ, ਜੁਆਰੀ, ਕੋਈ ਬੇਵਕੂਫ ਟਾਈਪ ਦਾ ਬੰਦਾ ਮਿਲੇ, ਉਹਦੇ ਨਾਲ ਫਿਰ ਇੱਦਾਂ ਕੋਈ ਧਰਮ ਦੀਆਂ ਗੱਲਾਂ ਜਾਂ ਚੰਗੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂਗਾ। ਉਹਨੇ ਉਲਟਾ ਉਹਦਾ ਕੋਈ ਪੁੱਠਾ ਜਵਾਬ ਹੀ ਦੇਣਾ ਹੈ। ਪਰ ਜੇ ਕੋਈ ਸਿਆਣਾ ਬੰਦਾ ਮਿਲੇ, ਸੂਝਵਾਨ ਬੰਦਾ ਮਿਲੇ, ਤੇ ਉਹਦੇ ਨਾਲ ਕੋਈ ਗੱਲ ਕਰਨੀ ਚਾਹੀਦੀ। ਇਹਦਾ ਇਹ ਮਤਲਬ ਹੈ ਗਿਵ ਐਵਰੀ ਮੈਨ ਯੂਅਰ ਈਅਰ ਬਟ ਫਿਊ, ਥੋੜਿਆਂ ਨੂੰ ਯੂਅਰ ਵੌਇਸ। ਅਰਥਾਤ ਆਪਣੀ ਗੱਲ ਉਹਨਾਂ ਨਾਲ ਕਰੋ ਜਿਹੜੇ ਤੁਹਾਡੀ ਗੱਲ ਸੁਣ ਕੇ ਉਹਦੇ ਨਾਲ ਕੋਈ ਦੂਜੀ ਗੱਲ ਜੋੜਨ, ਕੋਈ ਅਗਲੀ ਸਿਆਣੀ ਗੱਲ ਕਰਨ। ਤੇ ਜੇ ਉਹਨੇ ਕੋਈ ਉਹਨੂੰ ਟੀਚਰ ਹੀ ਕਰਨੀ ਹੈ, ਉਹਦਾ ਕੋਈ ਮਜ਼ਾਕ ਵੀ ਉਡਾਉਣਾ, ਤੇ ਫਿਰ ਉਹ ਇਹੋ ਜਿਹੇ ਬੰਦੇ ਨਾਲ ਗੱਲ ਕਰਕੇ ਕੋਈ ਫਾਇਦਾ ਨਹੀਂ ਹੁੰਦਾ। ਫਿਰ ਅਗਲੀ ਗੱਲ ਹੈ ਬੱਚੇ, ਪ੍ਰੇਰਨਾਦਾਇਕ ਗੱਲ ਹੈ, ਐਵਰੀ ਮੈਨ ਇਜ਼ ਦੀ ਮਾਸਟਰ ਆਫ ਹਿਸ ਫੇਟ। ਫੇਟ ਹੁੰਦੀ ਕਿਸਮਤ। ਇਹ ਪ੍ਰੇਰਨਾਦਾਇਕ ਗੱਲ ਹੈ, ਪਰ ਹੰਕਾਰ ਤੋਂ ਬਚਣਾ ਚਾਹੀਦਾ ਹੈ। ਇਹਦਾ ਮਤਲਬ ਹੈ ਐਵਰੀ ਮੈਨ ਇਜ਼ ਦੀ ਮਾਸਟਰ, ਮਾਸਟਰ ਮੈਨੇ ਮਾਲਿਕ ਆਫ ਹਿਸ ਫੇਟ। ਅਰਥਾਤ ਹਰ ਇੱਕ ਮਨੁੱਖ ਆਪਣੀ ਕਿਸਮਤ ਦਾ ਆਪ ਘੜਨਹਾਰਾ ਹੁੰਦਾ ਹੈ। ਸਾਡੇ ਪੰਜਾਬੀ 'ਚ ਵੀ ਅਖਾਣ ਹੈਗੇ ਨੇ, ਕਹਿੰਦੇ ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ। ਵੀ ਜੇ ਉੱਦਮ ਕਰੋਗੇ, ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ, ਤੇ ਕਿਰਤ ਕਿੱਦਾਂ ਹੋਏਗੀ? ਮੰਜੇ ਤੇ ਪਏ ਤੇ ਨਹੀਂ ਹੋਏਗੀ, ਬੈਠੇ ਬੈਠੇ ਤੇ ਨਹੀਂ ਹੋਏਗੀ। ਕਿਰਤ ਲਈ ਉੱਠਣਾ ਪਏਗਾ, ਆਲਸ ਤਿਆਗਣਾ ਪਏਗਾ। ਅਰਥਾਤ ਜਿਹੜਾ ਮਨੁੱਖ ਮੁਸ਼ੱਕਤ ਕਰਦਾ ਹੈ, ਮਿਹਨਤ ਕਰਦਾ ਹੈ, ਉਹ ਫਿਰ ਆਪਣੀ ਕਿਸਮਤ ਵੀ ਆਪ ਘੜ ਲੈਂਦਾ ਹੈ। ਠੀਕ ਹੈ। ਫਿਰ ਕਹਿੰਦੇ ਹਿਸ ਪੇਰੈਂਟਸ ਇਨਕਰੇਜਡ ਹਿਮ ਟੂ ਬੀ ਹਿਜ਼ ਓਨ ਮੈਨ। ਇਹ ਟੂ ਬੀ ਹਿਜ਼ ਓਨ ਮੈਨ ਕੀ ਹੈ ਬੱਚਾ? ਇਹ ਵੀ ਮੁਹਾਵਰਾ ਹੈ। ਟੂ ਬੀ ਵਨਸ ਓਨ ਮੈਨ, ਅਰਥਾਤ ਆਪਣੇ ਪੈਰਾਂ ਤੇ ਆਪ ਖੜੇ ਹੋਣਾ, ਕਿਸੇ ਦੇ ਮੁਹਤਾਜ ਨਾ ਹੋਣਾ। ਮਤਲਬ ਕਿ ਇਹ ਨਹੀਂ ਕਿ ਬੰਦੇ ਕਈ ਵੱਡੇ ਵੱਡੇ ਵੀ ਹੋ ਜਾਂਦੇ ਨੇ, ਉਹ ਲੱਲੂ ਰਾਮ ਹੀ ਬਣੇ ਰਹਿੰਦੇ ਨੇ, ਉਹ ਆਪਣੇ ਮੰਮੀ ਡੈਡੀ ਦੇ ਆਸਰੇ ਰਹਿੰਦੇ ਨੇ, ਮਾਪਿਆਂ ਦੇ ਆਸਰੇ ਰਹਿੰਦੇ ਨੇ, ਕੰਮ ਵੀ ਕੋਈ ਨਹੀਂ ਕਰਦੇ, ਪੜ੍ਹਦੇ ਵੀ ਨਹੀਂ ਹੈਗੇ। ਮਤਲਬ ਕਿ ਉਹਨਾਂ ਦਾ ਬੁਰਾ ਹਾਲ ਹੀ ਹੁੰਦਾ ਹੈ। ਪਰ ਕਹਿੰਦੇ ਜਿਹੜੇ ਸਿਆਣੇ ਪੇਰੈਂਟਸ, ਮਾਪੇ ਕੀ ਹੁੰਦੇ ਨੇ? ਕਹਿੰਦੇ ਹਿਸ ਪੇਰੈਂਟਸ ਇਨਕਰੇਜਡ ਹਿਮ, ਉਹਦੇ ਮਾਪਿਆਂ ਨੇ ਉਹਨੂੰ ਹੱਲਾਸ਼ੇਰੀ ਦਿੱਤੀ। ਕੀ? ਕਾਹਦੀ ਹੱਲਾਸ਼ੇਰੀ ਦਿੱਤੀ? ਟੂ ਬੀ ਇਜ਼ ਓਨ ਮੈਨ, ਕਿ ਉਹ ਆਪਣੇ ਪੈਰਾਂ ਤੇ ਆਪ ਖੜਾ ਹੋਵੇ,
ਸਾਡੀ ਮਾਪਿਆਂ ਦੀ ਛਤਰ ਛਾਇਆ ਤੋਂ ਥੋੜਾ ਪਰੇ ਹੋਵੇ, ਦੁਨੀਆ ਨੂੰ ਹੰਡਾਵੇ, ਦੇਖੇ ਵੀ ਪੈਸਾ ਕਿੱਦਾਂ ਕਮਾਇਆ ਜਾਂਦਾ ਹੈ, ਸੌਦਾ ਕਿਵੇਂ ਖਰੀਦਿਆ ਜਾਂਦਾ ਹੈ, ਜ਼ਿੰਦਗੀ ਦੀ ਮੁਸ਼ਕਲਾਂ ਦਾ ਟਾਕਰਾ ਕਿਵੇਂ ਕੀਤਾ ਜਾਂਦਾ ਹੈ। ਉਹਨੂੰ ਕਹਿੰਦੇ ਨੇ ਟੂ ਬੀ ਹਿਜ਼ ਓਨ ਮੈਨ, ਅਰਥਾਤ ਆਪਣੇ ਪੈਰਾਂ ਤੇ ਆਪ ਖੜੇ ਹੋਣਾ, ਆਜ਼ਾਦ ਹੋਣਾ, ਇੰਡੀਪੈਂਡੈਂਟ ਹੋਣਾ। ਠੀਕ ਹੈ। ਫਿਰ ਬੱਚੇ ਇੱਕ ਹੋਰ ਮੁਹਾਵਰਾ ਹੈ, ਅ ਮੈਨ ਆਫ ਲੈਟਰਸ। ਜਦੋਂ ਇੱਦਾਂ ਕਹਿਣਾ ਹੋਵੇ ਹੀ ਇਜ਼ ਅ ਮੈਨ ਆਫ ਲੈਟਰਸ, ਇਹਦਾ ਮਤਲਬ ਕਿ ਹੀ ਇਜ਼ ਅ ਸਕੋਲਰ। ਜੇ ਕੋਈ ਬੰਦਾ ਲਿਖਾਰੀ ਹੋਵੇ, ਕੋਈ ਵਿਦਵਾਨ ਹੋਵੇ, ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਹੀ ਇਜ਼ ਅ ਰਾਈਟਰ, ਹੀ ਇਜ਼ ਐਨ ਆਥਰ, ਜਾਂ ਫਿਰ ਵਿਦਵਾਨ ਹੋਵੇ ਅਸੀਂ ਕਹਿੰਦੇ ਹੀ ਇਜ਼ ਅ ਸਕੋਲਰ। ਤੇ ਇੱਕ ਮੁਹਾਵਰਾ ਹੈਗਾ ਹੀ ਇਜ਼ ਅ ਮੈਨ ਆਫ ਲੈਟਰਸ। ਇਹ ਮੁਹਾਵਰਾ ਹੈ, ਅ ਮੈਨ ਆਫ ਲੈਟਰਸ ਦਾ ਮਤਲਬ ਹੈ ਵਿਦਵਾਨ ਜਾਂ ਲਿਖਾਰੀ। ਠੀਕ ਹੈ। ਹੁਣ ਦੇਖੀਏ ਵਰਬ। ਇਹ ਵਰਬ ਦੇ ਤੌਰ ਤੇ ਬੜਾ ਸ਼ਬਦ ਘੱਟ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ। ਫੌਜ ਦੀ ਭਾਸ਼ਾ ਵਿੱਚ ਜ਼ਿਆਦਾ ਵਰਤਿਆ ਜਾਂਦਾ ਹੈ, ਸਾਡੀ ਸ਼ਿਪਿੰਗ ਵਿੱਚ ਹੀ ਵਰਤਿਆ ਜਾਂਦਾ ਹੈ। ਦੀ ਫਾਦਰ ਮੈਂਡ ਦੀ ਕੈਸ਼ ਕਾਊਂਟਰ, ਮੰਨ ਲਓ ਇੱਕ ਹੱਟੀ ਦੀ ਗੱਲ ਹੈ। ਕਹਿੰਦੇ ਪਿਓ ਨੇ ਆਪਣਾ ਟਿਕਾਣਾ ਕਿੱਥੇ ਕੀਤਾ? ਕੈਸ਼ ਕਾਊਂਟਰ ਦੇ ਗੱਲੇ ਦੇ ਉੱਤੇ, ਜਿੱਥੇ ਗਾਹਕਾਂ ਤੋਂ ਪੈਸੇ ਲਏ ਜਾਂਦੇ ਨੇ, ਕੈਸ਼ ਕਾਊਂਟਰ। ਦੀ ਫਾਦਰ ਮੈਂਡ ਮੈਨੇ ਉਹਨੇ ਉਹ ਥਾਂ ਮੱਲੀ ਹੋਈ ਸੀਗੀ, ਮੈਂਡ ਦੀ ਕੈਸ਼ ਕਾਊਂਟਰ, ਉਹਨੇ ਗੱਲੇ ਵਾਲੀ ਥਾਂ ਮੱਲੀ ਸੀ। ਐਂਡ ਦੀ ਸਨ ਤੇ ਪੁੱਤਰ ਕਲੀਨ ਦੀ ਗੁੱਡਸ ਔਨ ਦੀ ਸ਼ੈਲਫਸ, ਤੇ ਪੁੱਤਰ ਨੇ ਕੀ ਕੀਤਾ? ਸ਼ੈਲਫਾਂ ਦੇ ਉੱਤੇ ਜਿਹੜਾ ਸਮਾਨ ਪਿਆ ਸੀ ਉਹਨਾਂ ਦੀ ਸਫਾਈ ਕੀਤੀ। ਮਤਲਬ ਸਵੇਰੇ ਸਵੇਰੇ ਹੱਟੀ ਖੋਲੀ, ਪੇ ਪੁੱਤ ਗਏ। ਦੀ ਫਾਦਰ ਮੈਂਡ ਦੀ ਕੈਸ਼ ਕਾਊਂਟਰ, ਪਿਤਾ ਜਿਹੜਾ ਸੀਗਾ ਉਹ ਗੱਲੇ ਦੇ ਮੋਹਰੇ, ਤਿਜੋਰੀ ਦੇ ਮੋਹਰੇ, ਜਿੱਥੇ ਪੈਸੇ ਗਾਹਕਾਂ ਤੋਂ ਲਈ ਜਾਂਦੇ ਨੇ, ਉੱਥੇ ਬੈਠ ਗਿਆ। ਐਂਡ ਦੀ ਸਨ ਕਲੀਨ ਦੀ ਗੁੱਡਸ ਔਨ ਦੀ ਸ਼ੈਲਫਸ, ਤੇ ਸ਼ੈਲਫਾਂ ਦੇ ਪੇ ਜਿਹੜਾ ਸਮਾਨ ਸੀਗਾ, ਸੌਦਾ ਪੱਤਾ ਸੀਗਾ, ਉਹ ਪੁੱਤਰ ਨੇ ਸਾਫ਼ ਕੀਤਾ। ਇੱਦਾਂ ਸੀ ਕਹਿੰਦੇ ਮੈਂਡ ਹੁੰਦਾ ਵੀ ਆਪਣੀ ਥਾਂ ਲੈਣੀ, ਡਿਊਟੀ ਦੀ ਲੈਣੀ, ਜਾਂ ਕਿਸੇ ਪੋਜੀਸ਼ਨ ਤੇ ਜਾ ਕੇ ਉਹਨੂੰ ਆਪਣਾ ਥਾਂ ਮੱਲਣੀ। ਠੀਕ ਹੈ। ਫਿਰ ਅਸੀਂ ਕਹਿੰਦੇ ਹਾਂ ਵੀ ਨੀਡ ਸਮਵਨ ਟੂ ਮੈਨ ਦੀ ਸਟਾਲ ਇਨ ਦੀ ਮਾਰਨਿੰਗ। ਮੰਨ ਲਓ ਇੱਕ ਮੇਲਾ ਹੈ, ਕੋਈ ਪ੍ਰਦਰਸ਼ਨੀ ਹੈ, ਸਾਡਾ ਸਟਾਲ ਹੈਗਾ, ਤੇ ਸਾਡੇ ਕੋਲ ਬੰਦਾ ਨਹੀਂ ਹੈਗਾ ਕੋਈ। ਅਸੀਂ ਕਹਿੰਦੇ ਵੀ ਬੰਦੇ ਦੀ ਡਿਊਟੀ ਲੱਗੀਆਂ ਹੋਈਆਂ, ਵੋਲੰਟੀਅਰ ਹੈਗੇ ਨੇ, ਤੇ ਉਹ ਕਹਿੰਦੇ ਯਾਰ ਵੀ ਨੀਡ ਸਮਵਨ, ਸਾਨੂੰ ਕੋਈ ਚਾਹੀਦਾ ਹੈ, ਟੂ ਮੈਨ ਦੀ ਸਟਾਲ ਇਨ ਦੀ ਮਾਰਨਿੰਗ, ਵੀ ਮਾਰਨਿੰਗ ਸਟਾਲ ਖੋਲ੍ਹਣਾ ਹੈ, ਤੇ ਸਾਨੂੰ ਕੋਈ ਬੰਦਾ ਚਾਹੀਦਾ ਹੈ ਵੀ ਭਾਈ ਤੁਹਾਡੇ ਚੋਂ ਕਿਹੜਾ ਹਾਂ ਕਰਦਾ, ਆਓ ਵੀ ਕੱਲ ਸਵੇਰੇ ਜਿਹੜਾ ਹੈ ਨਾ ਸਟਾਲ ਤੇ ਸਾਨੂੰ ਕੋਈ ਬੰਦਾ ਚਾਹੀਦਾ ਹੈ। ਟੂ ਮੈਨ ਮੈਨੇ ਉਸ ਸਟਾਲ ਦੇ ਉੱਤੇ ਡਿਊਟੀ ਦੇਣੀ, ਇਹਦਾ ਇਹ ਮਤਲਬ ਹੈ। ਠੀਕ ਹੈ। ਤੇ ਆਮ ਤੌਰ ਤੇ ਅਸੀਂ ਫੌਜ ਵਿੱਚ ਹੀ ਵਰਤਦੇ ਹਾਂ, ਜਿਹੜੀਆਂ ਆਪਣੀ ਪੋਸਟਾਂ ਹੁੰਦੀਆਂ, ਜਿੱਦਾਂ ਨਾ ਚੌਂਕੀਆਂ ਹੁੰਦੀਆਂ, ਜਿੱਥੇ ਕੋਈ ਪੁਲਿਸ ਵਾਲਾ ਬੈਠਾ ਹੁੰਦਾ, ਅਸੀਂ ਕਹਿੰਦੇ ਵੀ ਇਹ ਪੋਸਟ ਮੈਨ ਕੀਤੀ ਹੋਈ ਹੈ। ਦੀ ਪੋਸਟ ਐਟ ਦੀ ਬਾਰਡਰ, ਅਰਥਾਤ ਬਾਰਡਰ ਦੇ ਉੱਤੇ ਜਿਹੜੀ ਪੋਸਟ ਹੈ ਇਜ਼ ਮੈਨਡ 24 ਆਵਰਸ, ਅਰਥਾਤ ਉਹ ਜਿਹੜੀ ਪੋਸਟ ਹੈ ਉਹ ਕਦੀ ਵੀ ਫੌਜੀ ਤੋਂ ਸਖਣੀ ਨਹੀਂ ਹੁੰਦੀ, ਉੱਥੇ ਹਰ ਵੇਲੇ ਫੌਜੀ ਡਿਊਟੀ ਤੇ ਰਹਿੰਦੇ ਹਨ। ਇਜ਼ ਮੈਨਡ ਮੈਨੇ ਉੱਥੇ ਹਰ ਵੇਲੇ ਇੱਕ ਜਾਂ ਦੋ ਜਾਂ ਤਿੰਨ ਜਿੰਨੇ ਵੀ ਫੌਜੀ ਨੇ ਉਸ ਪੋਸਟ ਤੇ, ਜਿਹੜੀ ਬਾਰਡਰ ਵਾਲੀ ਪੋਸਟ ਹੈਗੀ ਏ, ਉੱਤੇ 24 ਘੰਟੇ ਫੌਜੀ ਤੈਨਾਤ ਰਹਿੰਦੇ ਹਨ। ਠੀਕ ਹੈ। ਹੁਣ ਦੇਖੋ ਮੈਂਡ ਤੇ ਇੱਥੇ ਵੀ ਸੀਗਾ, ਇੱਥੇ ਸੀਗਾ ਟੂ ਮੈਨ, ਇਹ ਵਰਬ ਹੈਗੀਆਂ ਨੇ। ਠੀਕ ਹੈ। ਅੱਗੇ ਚਲੀਏ। ਡਾਂਸ ਦਾ ਮਤਲਬ ਹੈ ਨਾਚ, ਨਾਉਨ ਦੇ ਤੌਰ ਤੇ ਵਰਬ ਦੇ ਮਤਲਬ ਹੈਗਾ ਨੱਚਣਾ। ਠੀਕ ਹੈ। ਆਓ ਦੇਖੀਏ। ਦੀ ਭੰਗੜਾ ਡਾਂਸ ਇਜ਼ ਫੁੱਲ ਆਫ ਐਨਰਜੀ, ਜਿਹੜਾ ਭੰਗੜਾ ਨਾਚ ਹੈਗਾ ਉਹ ਊਰਜਾ ਦੇ ਨਾਲ ਬੜਾ ਭਰਪੂਰ ਹੈ। ਠੀਕ ਹੈ। ਫਿਰ ਅਗਲਾ ਆ ਗਿਆ, ਦੀ ਗਿੱਧਾ ਐਂਡ ਦੀ ਭੰਗੜਾ ਆਰ ਦੀ ਫੇਮਸ ਡਾਂਸਿਸ ਆਫ ਪੰਜਾਬ, ਅਰਥਾਤ ਗਿੱਧਾ ਅਤੇ ਭੰਗੜਾ ਪੰਜਾਬ ਦੇ ਮਸ਼ਹੂਰ ਨਾਚ ਹਨ। ਫਿਰ ਵਰਬ ਦੇ ਤੇ ਵਰਬ ਲੈ ਲਈਏ, ਸ਼ੀ ਡਜ਼ ਨਾਟ ਨੋ ਹਾਊ ਟੂ ਡਾਂਸ, ਅਰਥਾਤ ਉਹਨੂੰ ਨੱਚਣਾ ਨਹੀਂ ਆਉਂਦਾ। ਠੀਕ ਹੈ। ਅਗਲੀ ਗੱਲ ਅਸੀਂ ਕਹਿੰਦੇ ਨੱਚਣਾ, ਉਂਗਲਾਂ ਤੇ ਨੱਚਣਾ। ਅ ਕਰਪਟ ਆਫਿਸਰ, ਅਰਥਾਤ ਜਿਹੜਾ ਭ੍ਰਿਸ਼ਟ ਅਫਸਰ ਹੁੰਦਾ ਹੈ, ਹੈਜ਼ ਟੂ ਡਾਂਸ, ਉਹਨੂੰ ਨੱਚਣਾ ਪੈਂਦਾ ਹੈ, ਟੂ ਦੀ ਟਿਊਨ ਆਫ ਹਿਜ਼ ਬੌਸ, ਉਹਦਾ ਜਿਹੜਾ ਮਾਲਿਕ ਹੈ ਉਹਦੇ ਨਚਾਏ ਫਿਰ ਉਹਨੂੰ ਨੱਚਣਾ ਪੈਂਦਾ ਹੈ, ਕਿਉਂਕਿ ਉਹ ਕਾਣਾ ਹੋ ਗਿਆ, ਉਹ ਵੱਢੀ ਲਈ ਉਹਨੇ, ਉਹ ਭ੍ਰਿਸ਼ਟ ਹੈਗਾ। ਤੇ ਫਿਰ ਜਿਵੇਂ ਉਹਦਾ MLA ਜਾਂ MP ਹੈਗਾ, ਜਾਂ ਉਹਦਾ ਪੋਲੀਟੀਸ਼ੀਅਨ ਉੱਪਰ ਬੌਸ ਹੈਗਾ, ਉਹ ਫਿਰ ਉਹਨੂੰ ਵਰਤਦਾ, ਉਹਨੂੰ ਨਚਾਉਂਦਾ ਹੈ। ਸੋ ਇਸ ਕਰਕੇ ਬੱਚੇ ਭ੍ਰਿਸ਼ਟਾਚਾਰ ਤੋਂ ਬਚਣਾ ਚਾਹੀਦਾ। ਜਦੋਂ ਬੰਦਾ ਇੱਦਾਂ ਦੇ ਕੰਮ ਕਰਦਾ ਫਿਰ ਬੰਦਾ ਆਪਣੀ ਅਣਖ ਗਵਾ ਬੈਠਦਾ ਤੇ ਆਪਣੀ ਆਜ਼ਾਦੀ ਵੀ ਗਵਾ ਬੈਠਦਾ, ਉਹ ਸਾਰੀ ਉਮਰ ਦਾ ਇੱਕ ਕਿਸਮ ਦਾ ਗੁਲਾਮ ਹੋ ਜਾਂਦਾ ਹੈ। ਸੋ ਇਹਦੋਂ ਅਸੀਂ ਕੀ ਸਬਕ ਲੈਂਦੇ ਹਾਂ? ਬੀ ਓਨੈਸਟ, ਅਰਥਾਤ ਇਮਾਨਦਾਰ ਬਣੋ, ਐਂਡ ਡਾਂਸ ਨੋ ਮੋਰ, ਅਤੇ ਫਿਰ ਕਦੇ ਵੀ ਕਿਸੇ ਦੀ ਉਂਗਲਾਂ ਤੇ ਨਾ ਨੱਚੋ, ਅਣਖ ਦੇ ਨਾਲ ਜੀਓ, ਫਿਰ ਤੁਹਾਨੂੰ ਕੋਈ ਹੱਥ ਨਹੀਂ ਪਾ ਸਕਦਾ। ਬੀ ਓਨੈਸਟ, ਜੇ ਕੋਈ ਕਿਸੇ ਨੂੰ ਹੱਥ ਪਾਉਂਦਾ ਹੈ ਤੇ ਉਹਦੇ ਵਿੱਚ ਕੋਈ ਦੋਸ਼ ਹੁੰਦਾ ਹੈ, ਉਹਨੇ ਕੋਈ ਗੜਬੜ ਕੀਤੀ ਹੁੰਦੀ ਹੈ, ਤਾਂ ਹੀ ਫਿਰ ਉਹ ਸਰਕਾਰ ਮੌਕਾ ਦੇਖ ਕੇ ਆਪਣੇ ਹਿਸਾਬ ਦੇ ਨਾਲ ED ਭੇਜ ਦਿੰਦੀ ਹੈ, ਕਦੀ CBI ਭੇਜ ਦਿੰਦੀ ਹੈ, ਹੈ ਨਾ, ਕਦੀ ਕੋਈ ਹੋਰ ਭੇਜ ਦਿੰਦੀ, ਜਿੱਦਾਂ ਸਾਡੇ ਦੇਸ਼ ਵਿੱਚ ਹਮੇਸ਼ਾ ਹੁੰਦਾ ਹੈ। ਤੇ ਜਿਹੜੀ ਸਰਕਾਰ ਸੱਤਾ ਵਿੱਚ ਹੁੰਦੀ ਹੈ, ਤਾਕਤ ਵਿੱਚ ਹੁੰਦੀ ਹੈ,
ਉਹ ਆਪਣੇ ਬੰਦੇ ਨੂੰ ਕੁਛ ਨਹੀਂ ਕਹਿੰਦੀ, ਪਰ ਜਿਹੜੇ ਵਿਰੋਧੀ ਵਾਲੇ ਹੁੰਦੇ ਨੇ ਉਹਨਾਂ ਦੇ ਪਿੱਛੇ ਆਪਣੇ ਅਫਸਰਾਂ ਨੂੰ ਤੰਗ ਕਰਨ ਲਈ ਉਹਨਾਂ ਨੂੰ ਭੇਜਦੀ ਹੁੰਦੀ ਹੈ। ਆਓ ਅੱਗੇ ਚਲੀਏ। ਆਖਰੀ ਆ ਗਿਆ ਫਿਕਸ। ਫਿਕਸ ਦੇ ਵਿੱਚ ਦੋ ਮਤਲਬ ਨੇ ਨਾਉਨ ਦੇ ਤੌਰ ਤੇ, ਇੱਕ ਤੇ ਹੁੰਦਾ ਹੱਲ ਤੇ ਦੂਜਾ ਮੁਹਾਵਰਾ ਵਰਤਿਆ ਜਾਂਦਾ ਇਨ ਅ ਫਿਕਸ। ਇਨ ਅ ਫਿਕਸ, ਇਨ ਅ ਫਿਕਸ ਦਾ ਮਤਲਬ ਹੈ ਮਤਲਬ ਕਿ ਮੁਸ਼ਕਿਲ ਸਥਿਤੀ, ਥੋੜੀ ਗੁੰਝਲਦਾਰ ਸਮੱਸਿਆ, ਉਹਨੂੰ ਕਹਿ ਦਿੰਦੇ ਆ ਇਨ ਅ ਫਿਕਸ। ਆਓ ਦੇਖੀਏ ਉਦਾਹਰਨ ਇਹਦੇ। देयर इज नो ईजी फिक्स, अर्थात कोई सौखा हल नहीं है। नो ईजी फिक्स मैंने नो ईजी सोल्यूशन टू देयर डोमेस्टिक प्रॉब्लम। डोमेस्टिक मैंने घरेलू, प्रॉब्लम मैंने समस्या, अर्थात कोई जोड़े की समस्या है, वो एक सिर है वो सवा सिर है, कोई भी चुप करके राजी नहीं, जनानी भी उदा दी आदमी भी उदा दा। सियाने बंदे कहते भाई एक बोलता दूजा चुप हो जाओ, पर वो हट के राजी नहीं। तो फिर बंदे कहते भाई देयर इज़ नो ईजी फिक्स टू देयर डोमेस्टिक प्रॉब्लम, उन्हों की घरेलू समस्या का कोई सौखा हल नहीं है। ठीक है। फिर अगला आ गया दी फार्मर्स प्रोटेस्ट, अर्थात किसानों का संघर्ष। हैज़ पुट दी गवर्नमेंट, उन्हें सरकार नूं पा दिता है इन आ फिक्स, मुश्किल विच। इन आ फिक्स मैंने मुश्किल विच, अर्थात किसानों के संघर्ष ने सरकार नूं बड़ी गुंझलदार स्थिति विच पा दिता है। सरकार दीयां जड़ियां चुस्तियां चलाकियां सी अडानी अंबानी के खजाने भरन दीयां, किसानों की जमीनां हथियान दीयां, वो किसानों के लीडरां ने उजागर कर दित्तियां ने। किसानों ने सरकार नाल मीटिंगां भी कीतियां, उन्हां दी चोरी फड़ी गई तो मंत्रियों को कोई जवाब नहीं आया। तो बस वो हले हुण सरकार दा मुछ दा सवाल है कि वो जे कानून रद्द करते हैं तो कहते साडी बेइज्जती हुंदी है, तो जे रखते हैं तो फिर किसानों ने उन्हां दी जिहड़ी चलाकियां वो लोगों के सामने उजागर कर ही दित्तियां ने। सो इस वेले गौरमेंट जिहड़ी है वो बड़ी मुश्किल स्थिति विच फसी हुई है। हुण फिक्स हो गया अगे वर्ब दा, क्रिया। फिक्स का मतलब होंदा है भी बन के रखना, एक तो यह होंदा है, तो फिर दूजी होंदी तय करना। बड़े सारे दे मतलब है ने, जिवें जिवें रिपेयर करना भी होंदा है। और देखिए सेंटेंस तो वो राही तुहानूं पता लग जाएगा। ऑन शिप्स, जहाज़ों उत्ते, क्योंकि बच्चे मैं जहाज़ से नौकरी की है, मैनूं पता है। तो जहाज़ पानी से चलता है तो डिग्गे डोले भी खांदा है, तो जो डिग्गे डोले खाएगा तो टेबल हिल के इधर उधर जाणगे। तो जहाज़ों के उत्ते जिहड़ा लूज फर्नीचर होंदा है वो सारा ना नट बोल्ट के नाल थल्ले फिक्स किया होंदा है। सो ऑन शिप्स दी टेबल्स आर फिक्सड टू दी फ्लोर्स, फिक्सड आर फिक्सड वर्ब हैगी है, अर्थात जहाज़ों के उत्ते जिहड़े टेबल ने वो फर्शां दे नाल बन्ने हुंदे हन, फर्शां दे नाल टाइट कीते हुंदे हन। ठीक है। फिर हैव यू फिक्स द वैडिंग डेट, वैडिंग मैंने ब्याह, वैडिंग डेट मैंने ब्याह दी डेट, फिक्स मैंने तय करनी। हैव यू फिक्स दी वैडिंग डेट, अर्थात की तुसी ब्याह दी डेट मिथ लई है, तय कर लई है, यह मतलब है। फिर कहते ही फिक्सड हिज आईज ऑन दी स्टार स्टडिड स्काई। स्काई मैंने आकाश, स्टार मैंने तारे, स्टड होंदा जड़े हुए, स्टार स्टडिड तारियां ना जड़िया होया, स्काई आकाश। स्टार स्टडिड स्काई का मतलब हो गया तारियां नाल जड़िया होया आकाश। सो आईज मैंने भी टिक टकी लगा के देखना, उत्थे स्टडीली एक तार देखना। कहते ही फिक्सड हिज आईज ऑन दी स्टार स्टडिड स्काई, उन्हें बड़े ध्यान दे नाल मतलब कि अपनी जिहड़ी निगाह सीगी तारियां नाल जड़े होए आकाश उत्ते टिकाई हुई सी। ठीक है। वो मतलब कि बिना झपके बस इक्को पोजीशन दे विच आकाश वाल देख रहा सी, जो कि तारियां नाल जड़िया होया सी। ही इज़ फिक्सिंग हिज बाईसाइकिल, इत्थे फिक्सिंग का मतलब रिपेयरिंग, दुरुस्त कर रहा है, मुरम्मत कर रहा है। ही इज़ फिक्सिंग हिज बाईसाइकिल, वो अपनी साइकिल की मुरम्मत कर रहा है। सो ऐसी प्यारे विद्यार्थियों तुहाडे 5 होर अगले शब्द जिहदे विच असीं उन्हां दी वरतों कीती है बतौर नाउन्स एंड बतौर वर्ब्स। ते मैं तुहाडे वास्ते वध तो वध सेंटेंसां दे एग्जाम्पल तैयार करके दिते ने, और एक बार फिर तुसीं इन्हां तो सेध लैके इन्हां तो आइडिया लैके आप भी अपने तौर पर सेंटेंस बनाने का जतन जरूर करो। सो इसी तरह मन लगा के अनुशासन नाल अपनी पढ़ाई करी चलो। वाहिगुरू तुहानूं खूब तरक्कियां बख्शे। ते अगले वीडियो तक लई गुड बाय। तुहाडा सारिआं दा बहुत बहुत धन्नवाद। रब राखा। थैंक यू वेरी मच।